भाई चलिए शर्म करो, जनानी पे हाथ लगा रहा है। मीडिया कवर करो इसको। ਬੀਬੀ ਦੀ ਗੁੱਤ ਤੱਕ ਪੱਟੀ ਜਾਂਦੀ ਹੈ, ਸਿਰ ਨੂੰ ਹੱਥ ਪਾਇਆ ਜਾਂਦਾ ਹੈ। ਭਾਜਪਾ ਦੇ ਉਹਨਾਂ ਵਰਕਰਾਂ ਦੇ ਵੱਲੋਂ ਜਦੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਫੇਰੀ ਸੀ ਚੰਡੀਗੜ੍ਹ ਦੇ ਅੰਦਰ। शर्म कर, लड़की के साथ से बात कर रहा है। शर्म तो कर। अनुराग ठाकुर मुर्दाबाद, नकली किसान मुर्दाबाद। ਔਰ ਇਹਨਾਂ ਦੇ ਉੱਤੇ ਕਿਸਾਨ ਅੰਦੋਲਨ ਦੇ ਦੌਰਾਨ 5 ਪਰਚੇ ਵੀ ਦਰਜ ਹੋਏ। 2 ਪਰਚੇ ਹਰਿਆਣੇ ਦੇ ਅੰਦਰ, 3 ਪਰਚੇ ਚੰਡੀਗੜ੍ਹ 'ਚ ਦਰਜ ਨੇ ਇਹਨਾਂ ਦੇ ਉੱਤੇ। ਮੈਂ ਖੱਟਰ ਦਾ ਵਿਰੋਧ ਕੀਤਾ ਸੀ ਤਾਂ ਮੈਨੂੰ ਉੱਥੇ ਪੁਲਿਸ ਨੇ ਚੱਕਿਆ। ਇੱਕ ਵਾਰੀ ਮੇਰੀਆਂ ਲੱਤਾਂ ਕੰਬੀਆਂ। ਕਿਸਾਨ ਅੰਦੋਲਨ ਵਿੱਚ ਬਹੁਤ ਕੁਝ ਵਾਪਰਿਆ, ਨਵੇਂ ਗੀਤ ਸਾਹਮਣੇ ਆਏ, ਨਵੇਂ ਲੀਡਰ ਪੈਦਾ ਹੋਏ। ਨੌਜਵਾਨਾਂ ਨੇ ਖਾਸ ਕਰ ਵੱਡੀ ਭੂਮਿਕਾ ਨਿਭਾਈ। ਉਹਨਾਂ ਨੌਜਵਾਨ ਲੀਡਰਾਂ ਦੇ ਵਿੱਚੋਂ ਹੀ ਚੰਡੀਗੜ੍ਹ ਤੇ ਮੋਹਾਲੀ ਦੇ ਚੌਂਕਾਂ ਵਿੱਚ ਇੱਕ ਕੁੜੀ ਜਿਹੜੀ ਕਿਸਾਨ ਆਗੂ ਦੇ ਤੌਰ ਤੇ ਭੂਮਿਕਾ ਨਿਭਾਉਂਦੀ ਰਹੀ, ਰਾਜ ਕੌਰ ਗਿੱਲ, ਉਹ ਸਾਡੇ ਨਾਲ ਨੇ। ਅੱਜ ਵੀ ਚੌਂਕ ਵਿੱਚ ਖੜ ਕੇ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਇਸ ਕਰਕੇ ਕਰ ਰਹੇ ਹਾਂ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਲੜਾਈ ਤੋਂ ਲੈ ਕੇ ਹੁਣ ਤੱਕ ਕੀ ਕੁਝ ਝੱਲਿਆ ਇਹਨਾਂ ਨੇ। ਔਰ ਇਹਨਾਂ ਦੇ ਉੱਤੇ ਕਿਸਾਨ ਅੰਦੋਲਨ ਦੇ ਦੌਰਾਨ 5 ਪਰਚੇ ਵੀ ਦਰਜ ਹੋਏ। 2 ਪਰਚੇ ਹਰਿਆਣੇ ਦੇ ਅੰਦਰ, 3 ਪਰਚੇ ਚੰਡੀਗੜ੍ਹ 'ਚ ਦਰਜ ਨੇ ਇਹਨਾਂ ਦੇ ਉੱਤੇ। ਔਰ ਭਾਜਪਾ ਦੀ ਲੀਡਰਸ਼ਿਪ ਦੇ ਵਿੱਚ ਜਿਹੜੇ ਵਰਕਰ ਨੇ, ਤੁਸੀਂ ਤਸਵੀਰ ਸਾਰਿਆਂ ਨੇ ਵੇਖੀ ਹੋਣੀ ਕਿ ਇਸੇ ਹੀ ਬੀਬੀ ਦੀ ਗੁੱਤ ਤੱਕ ਪੱਟੀ ਜਾਂਦੀ ਹੈ, ਸਿਰ ਨੂੰ ਹੱਥ ਪਾਇਆ ਜਾਂਦਾ ਹੈ। ਭਾਜਪਾ ਦੇ ਉਹਨਾਂ ਵਰਕਰਾਂ ਦੇ ਵੱਲੋਂ ਜਦੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਫੇਰੀ ਸੀ ਚੰਡੀਗੜ੍ਹ ਦੇ ਅੰਦਰ, ਉਹ ਸਾਰੀ ਗੱਲ ਕਰਾਂਗੇ ਕਿ ਇਹਨਾਂ ਨੇ ਕਿਵੇਂ ਮੁਸੀਬਤਾਂ ਨੂੰ ਪਾਰ ਕਰਦਿਆਂ ਹੋਇਆਂ ਅੱਜ ਉਹ ਦਿਨ ਆਇਆ ਹੈ ਕਿ ਖੇਤੀ ਕਾਨੂੰਨ ਰੱਦ ਹੋਣ ਦੇ ਕਿਨਾਰੇ ਨੇ। ਐਲਾਨ ਹੋ ਗਿਆ, ਮੋਹਰ ਲੱਗਣੀ ਬਾਕੀ ਹੈ ਕਿ ਰੱਦ ਕਿਵੇਂ ਹੋਣਗੇ। ਸਭ ਤੋਂ ਪਹਿਲਾਂ ਰਾਜ ਕੌਰ ਜੀ, ਤੁਹਾਡਾ ਸਵਾਗਤ ਹੈ ਦਾ ਸਮਰ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਨਿਊਜ਼ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੌਕਾ ਦਿੱਤਾ ਜੀ। ਸਭ ਤੋਂ ਪਹਿਲਾਂ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਤੁਹਾਨੂੰ ਕਿ ਕਿਸਾਨ ਅੰਦੋਲਨ ਦੇ ਦੌਰਾਨ ਪਰਚੇ ਵੀ ਦਰਜ ਹੋਏ, ਆਗੂਆਂ ਤੇ ਹੁੰਦੇ ਹੀ ਆ। ਹਾਂਜੀ ਬਿਲਕੁਲ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ? ਅੱਜ ਉਹ ਦਿਨ ਆਇਆ ਜਿਸ ਦੀ ਮੰਗ ਲਗਾਤਾਰ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ, ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਆ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸਾਰੇ ਲੋਕ ਵਧਾਈ ਦੇ ਪਾਤਰ ਨੇ ਇਸ ਅੰਦੋਲਨ ਦੇ ਵਿੱਚ। ਇੱਕ ਜੰਮਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗਾਂ ਤੱਕ ਦਾ ਇਸ ਅੰਦੋਲਨ ਦੇ ਵਿੱਚ ਸਾਥ ਰਿਹਾ। ਔਰ ਅੰਦੋਲਨਾਂ ਦੇ ਵਿੱਚ ਕਹਿੰਦੇ ਹੁੰਦੇ ਆ ਨਾ, ਹਾਰ ਨਹੀਂ ਪੈਂਦੇ ਹੁੰਦੇ, ਪਰਚੇ ਹੀ ਹੁੰਦੇ ਆ। ਕਿਉਂਕਿ ਜਦੋਂ ਅਸੀਂ ਸਰਕਾਰਾਂ ਦੇ ਖਿਲਾਫ ਖੜੇ ਹੁੰਨੇ ਆ ਤਾਂ ਤਸ਼ੱਦਦਾਂ ਸਰਕਾਰਾਂ ਨੇ ਕਰਨੀਆਂ ਨੇ ਸਾਡੇ ਤੇ। ਚਲੋ, ਮੈਨੂੰ ਮਾਣ ਆ ਕਿ ਇੱਕ ਆਮ ਕੁੜੀ ਸੀ, ਮੈਂ ਇੱਕ ਜਨੂਨ ਦੇ ਨਾਲ ਇਸ ਅੰਦੋਲਨ ਦੇ ਵਿੱਚ ਆਈ ਸੀ ਔਰ ਇੱਕ ਅੰਦੋਲਨਕਾਰੀ ਬਣ ਕੇ ਹੀ ਆਈ ਸੀ ਤੇ ਅੰਦੋਲਨਕਾਰੀ ਹੀ ਰਹੂੰਗੀ। ਮਤਲਬ ਮੈਨੂੰ ਕੋਈ ਇਸ ਚੀਜ਼ ਦਾ ਉਹ ਨਹੀਂ ਹੈਗਾ ਕਿ ਮੈਂ ਅੰਦੋਲਨਕਾਰੀਆਂ ਤੇ ਤਾਂ ਇੱਕ ਟੈਗ ਵੀ ਦਿੱਤਾ ਪ੍ਰਧਾਨ ਮੰਤਰੀ ਨੇ ਸੰਸਦ ਦੇ ਅੰਦਰ, ਇਹ ਅੰਦੋਲਨ ਜੀਵੀ ਨੇ, ਫਿਰ ਆਪਣੀ ਬਿਆਨ ਤੋਂ ਪਾਸੇ ਹੋਣਾ ਪਿਆ। ਉਹਨਾਂ ਨੇ ਤਾਂ ਬਹੁਤ ਕੁਝ ਦਿੱਤਾ, ਅੰਦੋਲਨ ਜੀਵੀ ਕਿਹਾ, ਅੱਤਵਾਦੀ ਕਿਹਾ, ਮਾਓਵਾਦੀ ਕਿਹਾ, ਬਹੁਤ ਕੁਝ ਕਿਹਾ। ਪਰ ਅਸੀਂ ਦਸਮ ਪਿਤਾ ਦੀ ਔਲਾਦ ਹਾਂ। ਸਾਨੂੰ ਜੋ ਜਿੰਨੇ ਕਹਿਣਾ ਕਵੇ, ਪਰ ਸਾਡਾ ਵਾਹਿਗੁਰੂ ਨੂੰ ਪਤਾ ਕਿ ਇਹ ਮੇਰੇ ਬੱਚੇ ਨੇ। ਕਿਉਂਕਿ ਜ਼ਬਾਨ ਹਿਲਾਉਣੀ ਬਹੁਤ ਸੌਖੀ ਆ, ਫਿਰ ਉਹਨਾਂ ਨੂੰ ਆਪਦੀ ਜ਼ਬਾਨ ਵਾਪਸ ਵੀ ਲੈਣੀ ਪਈ। ਖੱਟਰ ਨੇ ਬੜਾ ਕੁਝ ਬੋਲਿਆ, ਹਰ ਬੀਜੇਪੀ ਲੀਡਰ ਨੇ ਕਾਫੀ ਕੁਝ ਬੋਲਿਆ, ਪਰ ਕਿਤੇ ਨਾ ਕਿਤੇ ਸਾਡੇ ਪਰਮਾਤਮਾ ਨੇ ਉਹਨਾਂ ਨੂੰ ਸਮੱਤ ਬਖਸ਼ੀ ਤੇ ਉਹਨਾਂ ਨੇ ਆਪਦੇ ਜਿਹੜੇ ਸ਼ਬਦ ਬੋਲੇ ਉਹ ਵਾਪਸ ਵੀ ਲਏ। ਤਾਂ ਚੰਡੀਗੜ੍ਹ ਦੇ ਵਿੱਚ ਤੁਸੀਂ ਜਿਵੇਂ ਦੱਸਿਆ, ਮੈਂ ਸ਼ੁਰੂਆਤ 'ਚ ਕਿਹਾ ਪਰਚੇ ਵੀ ਦਰਜ ਹੋਏ। ਪਰਚਿਆਂ ਤੋਂ ਡਰ ਨਹੀਂ ਲੱਗਿਆ ਜਦੋਂ ਪਹਿਲੀ ਵਾਰੀ ਪਰਚਾ ਦਰਜ ਹੋਇਆ ਸੀ? ਜਦੋਂ ਸ਼ੁਰੂ ਤੋਂ ਇਸ ਅੰਦੋਲਨ ਦੇ ਵਿੱਚ ਆਈ ਸੀ ਤਾਂ ਮੈਨੂੰ ਕਸਮ ਲੱਗੇ, ਮੈਂ ਸੋਚਿਆ ਨਹੀਂ ਸੀਗਾ ਕਿ ਮੈਂ ਇਸ ਤਰ੍ਹਾਂ ਇਸ ਅੰਦੋਲਨ ਦੇ ਵਿੱਚ ਡੁੱਬ ਜੂੰਗੀ। ਕਿਉਂਕਿ ਮੈਂ ਇੱਕ ਝੰਡਾ ਲੈ ਕੇ ਖੜਾ ਹੋਣਾ ਸ਼ੁਰੂ ਕੀਤਾ ਸੀਗਾ ਤੇ ਜਿਵੇਂ ਲੋਕਾਂ ਦਾ ਇਕੱਠ ਵੱਧਦਾ ਗਿਆ, ਹੌਸਲਾ ਵੱਧਦਾ ਗਿਆ। ਜਦੋਂ ਪਹਿਲੀ ਵਾਰੀ ਮੈਨੂੰ ਪੰਚਕੂਲਾ, ਮੈਂ ਖੱਟਰ ਦਾ ਵਿਰੋਧ ਕੀਤਾ ਸੀ ਤਾਂ ਮੈਨੂੰ ਉੱਥੇ ਪੁਲਿਸ ਨੇ ਚੱਕਿਆ। ਇੱਕ ਵਾਰੀ ਮੇਰੀਆਂ ਲੱਤਾਂ ਕੰਬੀਆਂ ਕਿ ਕਿਸੇ ਨਾਲ ਪੰਗਾ ਲੈ ਰਹੇ ਆ। ਪਰ ਬਾਅਦ ਵਿੱਚ ਪਤਾ ਨਹੀਂ ਕੀ ਵਾਹਿਗੁਰੂ ਦੇ ਹਿੰਮਤ ਦਿੱਤੀ, ਜਮਾਂ ਹੀ ਦਿਲ ਨਹੀਂ ਡਿੱਗਿਆ, ਕਦੀ ਨਹੀਂ ਡਰ ਲੱਗਿਆ। ਕਿਉਂਕਿ ਮੈਨੂੰ ਐਂ ਲੱਗਦਾ ਵੀਰ ਕਿ ਸਾਡੀ ਕਿਹੜਾ ਬੀਜੇਪੀ ਦੇ ਨਾਲ ਕੋਈ ਵੱਟ ਬੰਨੇ ਦਾ ਰੌਲਾ, ਅਸੀਂ ਕਿਹੜਾ ਬੀਜੇਪੀ ਦੀਆਂ ਕੋਈ ਜ਼ਮੀਨਾਂ ਖੋਈਆਂ। ਵਿਚਾਰਾਂ ਦੀ ਲੜਾਈ ਆ। ਉਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਤਾਂ ਅਸੀਂ ਉਹਨਾਂ ਦਾ ਵਿਰੋਧ ਕੀਤਾ, ਨਹੀਂ ਤਾਂ ਬੀਜੇਪੀ ਨੂੰ ਕੌਣ ਮਾੜਾ ਕਹਿੰਦਾ ਸੀ? ਅਸੀਂ ਕਦੀ ਆਪਦੇ ਮੂੰਹੋਂ ਬੀਜੇਪੀ ਨੂੰ ਮਾੜਾ ਕਦੀ ਸੁਣਿਆ ਸੀ? ਪਹਿਲਾਂ ਇਦਾਂ ਦਾ ਕੁਝ ਹੋਇਆ ਤਾਂ ਕਰਕੇ ਉਹਨਾਂ ਦਾ ਵਿਰੋਧ ਹੋਇਆ। ਪਹਿਲਾ ਪਰਚਾ ਪੰਚਕੂਲਾ ਦੇ ਵਿੱਚ ਹੋਇਆ ਕਿ ਖੱਟਰ ਦਾ ਜਹਾਜ਼ ਨਹੀਂ ਉਤਰਨ ਦਿੱਤਾ। ਉਦੋਂ ਵੀ 150 ਮੁੰਡਾ ਮੇਰੇ ਨਾਲ ਸੀ ਤੇ ਮੈਂ ਇਕੱਲੀ ਕੁੜੀ ਸੀ। ਉਸ ਤੋਂ ਬਾਅਦ ਤਾਂ ਫਿਰ ਇਹੋ ਜਿਹਾ ਡਰ ਚੱਕਿਆ ਗਿਆ, ਮਤਲਬ ਤੇ ਅੱਜ ਉਹ ਦਿਨ ਆ ਗਿਆ ਕਿ ਪ੍ਰਮਾਤਮਾ ਨੇ ਸਾਡੀ ਝੋਲੀ ਦੇ ਵਿੱਚ ਖੁਸ਼ੀਆਂ ਭਰੀਆਂ। ਜੇ ਅਸੀਂ ਤਨ ਮਨ
ਤੋਂ ਤੇ ਵਾਹਿਗੁਰੂ ਦੇ ਦਿੱਤੇ ਹੋਏ ਰਾਹ ਤੇ ਚੱਲੇ, ਰਾਹ ਤੋਂ ਭਟਕੇ ਨਹੀਂ ਇਸ ਤੁਸੀਂ ਅੰਦੋਲਨ। ਆਪਣੀ ਕਹਾਣੀ ਜਿਵੇਂ ਦੱਸੀ ਹੈ ਕਿ ਪਹਿਲੀ ਵਾਰੀ ਪਰਚਾ ਹੋਇਆ, ਪੰਚਕੂਲਾ 'ਚ ਖੱਟਰ ਦਾ ਜਹਾਜ਼ ਨਹੀਂ ਉਤਰਨ ਦਿੱਤਾ, ਤੁਸੀਂ ਹੈਲੀਕਾਪਟਰ ਦਾ ਵਿਰੋਧ ਕੀਤਾ, ਉਹ ਨਹੀਂ ਉੱਥੇ ਉਤਰ ਸਕੇ। ਉਸ ਤੋਂ ਬਾਅਦ ਇੱਕ ਵਾਰੀ ਲੱਤਾਂ ਕੰਬੀਆਂ, ਉਸ ਤੋਂ ਬਾਅਦ ਹੌਸਲਾ ਮਿਲਿਆ ਜਦੋਂ, ਉਦੋਂ ਹੌਸਲੇ ਵਿੱਚ ਸੀ ਜਦੋਂ ਅਨੁਰਾਗ ਠਾਕੁਰ ਦਾ ਵਿਰੋਧ ਹੋ ਰਿਹਾ ਸੀ ਤੇ ਬੀਜੇਪੀ ਦੇ ਵਰਕਰਾਂ ਨੇ ਤੁਹਾਡੇ ਨਾਲ ਜੋ ਕੁਝ ਕੀਤਾ ਉਹ ਵੀਡੀਓ ਸਾਰਿਆਂ ਤੱਕ ਪਹੁੰਚੀ ਹੋਣੀ ਹੈ ਕਿ ਗੁੱਤ ਤੱਕ ਪੱਟੀ ਗਈ ਤੁਹਾਡੀ। ਉਸ ਵੇਲੇ ਦਾ ਮੰਜ਼ਰ ਕਿਵੇਂ ਸੀ ਔਰ ਅੱਜ ਉਸ ਦਿਨ ਨੂੰ ਚੇਤੇ ਕਰਕੇ ਕੀ ਮਹਿਸੂਸ ਕਰਦੇ ਹੋ? ਵੈਸੇ ਨਾ ਉਸ ਦਿਨ ਜਦੋਂ ਉਹਨਾਂ ਨੇ ਮੇਰੇ ਨਾਲ ਇੱਦਾਂ ਬਦਤਮੀਜ਼ੀ ਕੀਤੀ, ਮੈਨੂੰ ਦੁੱਖ ਵੀ ਬਹੁਤ ਹੋਇਆ। ਮੈਨੂੰ ਮਤਲਬ ਇਵਨ ਕਿ ਮੈਂ ਰੋਈ ਵੀ ਕਿ ਜਿਹੜੇ ਬੰਦਿਆਂ ਨੇ ਮੇਰੇ ਨਾਲ ਕੀਤਾ ਉਹਨਾਂ ਦੇ ਘਰੇ ਵੀ ਧੀਆਂ ਭੈਣਾਂ ਹੋਣਗੀਆਂ, ਉਹਨਾਂ ਨੇ ਮੈਨੂੰ ਕਿਉਂ ਘੇਰਿਆ, ਕਿਉਂ ਉਹਨਾਂ ਨੇ ਮੇਰੇ ਨਾਲ ਇਦਾਂ ਕੀਤਾ? ਮੈਂ ਵਿਰੋਧ ਹੀ ਕੀਤਾ ਸੀ, ਮੈਂ ਕਾਲਾ ਝੰਡਾ ਹੀ ਦਿਖਾਇਆ ਸੀ, ਉਹਨਾਂ ਨੇ ਮੇਰੇ ਨਾਲ ਇਦਾਂ ਕਿਉਂ ਕੀਤਾ? ਮੈਂ ਵੀ ਕਿਸੇ ਦੀ ਧੀ ਹਾਂ, ਮੈਂ ਕਿਸੇ ਦੀ ਮਾਂ ਸੀ, ਮੇਰੀ ਵਿਚਾਰਾਂ ਦੀ ਲੜਾਈ ਸੀ। ਉਹ ਮੇਰੇ ਨਾਲ ਜੋ ਮਰਜ਼ੀ ਕਰਦੇ, ਪਰ ਹੱਥ ਲਾਉਣ ਦਾ ਕਿਸੇ ਨੂੰ ਅਧਿਕਾਰ ਨਹੀਂ। ਉਹਨਾਂ ਨੇ ਮੇਰੇ ਨਾਲ ਬਾਅਦ 'ਚ ਵੀ ਬਹੁਤ ਕੁਝ ਬੋਲਿਆ ਗਿਆ, ਮੇਰੇ ਬਾਰੇ ਬਹੁਤ ਕੁਝ ਉਹਨਾਂ ਨੇ ਕੀਤਾ, ਪਰ ਮੈਂ ਵਾਹਿਗੁਰੂ ਅੱਗੇ ਇੱਕੋ ਅਰਦਾਸ ਕਰਦੀ ਸੀ, ਸੱਚਾ ਪਾਤਸ਼ਾਹ ਤੁਸੀਂ ਨਾ ਮੈਨੂੰ ਡਿੱਗਣ ਦਿਓ, ਕਿਸੇ ਦੀ ਔਕਾਤ ਨਹੀਂ ਮੈਨੂੰ ਸਿੱਟਣ ਦੀ। ਤਾਂ ਜੋ ਕਾਨੂੰਨੀ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਸੀ, ਤੁਸੀਂ ਦਰਖਾਸਤਾਂ ਵੀ ਦਿੱਤੀਆਂ, ਹੋਈ ਕਾਰਵਾਈ? ਹਾਂ, ਉਹਨਾਂ ਤੇ FIR ਦਰਜ ਹੋਈ ਆ। ਬਾਕੀ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਤਾਂ ਹੁਣ ਪੁਲਿਸ ਤੇ ਕੋਰਟ ਹੀ ਕਰੂਗਾ ਉਹਨਾਂ ਦੇ ਉੱਤੇ, ਕਿਉਂਕਿ ਸਾਡੇ ਤੇ ਵੀ ਪਰਚੇ ਨੇ, ਉਹਨਾਂ ਤੇ ਵੀ ਕ੍ਰਾਸ ਪਰਚਾ ਹੈ, ਤਾਂ ਕਾਰਵਾਈ 'ਚ ਮੈਂ ਪਿੱਛੇ ਨਹੀਂ ਹਟੂੰਗੀ। ਬਾਕੀ ਅਸੀਂ ਅਗਰ ਸਾਡੇ ਕਾਲੇ ਕਾਨੂੰਨ ਰੱਦ ਹੁੰਦੇ ਨੇ, ਅਸੀਂ ਵੀ ਸੁੱਖ ਦਾ ਸਾਹ ਲਈਏ, ਆਪਦੇ ਘਰਾਂ ਦੇ ਵਿੱਚ ਬੈਠੀਏ। 1 ਸਾਲ ਹੋ ਗਿਆ ਸਭ ਨੂੰ ਆਪਦੇ ਘਰ-ਬਾਰ ਛੱਡਿਆ, ਆਪਦੇ ਬਿਜ਼ਨਸ ਛੱਡਿਆ, ਬਹੁਤ ਕੁਝ ਹੋ ਲਿਆ। ਵਿਚਾਰਾਂ ਦੀ ਲੜਾਈ ਖਤਮ ਹੋਵੇ ਤੇ ਅਸੀਂ ਵੀ ਆਪਦੇ ਘਰਾਂ ਨੂੰ ਵਾਪਸ ਆਈਏ, ਐਂ ਲੱਗਦਾ। ਘਰਾਂ ਦੇ ਵਿੱਚ ਸਾਰੀਆਂ ਗੱਲਾਂ ਚੱਲਦੀਆਂ ਸੀ, ਹੁਣ ਵੀ ਚੱਲ ਰਹੀਆਂ। ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਜਿਸ ਤਰ੍ਹਾਂ ਅੱਜ ਐਲਾਨ ਕੀਤਾ ਕਿ ਅਸੀਂ ਵਾਪਸ ਨਹੀਂ ਪਰਤਾਂਗੇ ਜਦੋਂ ਤੱਕ MSP ਦੀ ਵੀ ਯਕੀਨਨ ਗਾਰੰਟੀ ਨਹੀਂ ਦਿੱਤੀ ਜਾਂਦੀ। ਤਾਂ ਮੇਰਾ ਇੱਕ ਆਖਰੀ ਸਵਾਲ ਹੈ ਤੁਹਾਡੇ ਤੋਂ, ਇਸ ਸਾਰੇ ਅੰਦੋਲਨ ਦੇ ਵਿੱਚ ਬਹੁਤ ਸਾਰੇ ਪੜਾਅ ਆਏ, ਤਾਂ ਚਿਹਰੇ ਵੀ ਬਹੁਤ ਜ਼ਿਆਦਾ ਬਣੇ, ਉਹਨਾਂ ਵਿੱਚੋਂ ਤੁਸੀਂ ਵੀ ਇੱਕ ਹੋ। ਤਾਂ ਹੁਣ ਸਿਆਸਤ ਦੇ ਵਿੱਚ ਜਾ ਕੇ ਸਿੱਧੇ ਤੌਰ ਤੇ ਮੋੜਾ ਦਿਓਗੇ ਜਾਂ ਬਾਹਰੋਂ ਰਹਿ ਕੇ ਸਾਰੀਆਂ ਚੀਜ਼ਾਂ ਹੱਲ ਕਰਵਾਉਂਦੇ ਰਹੋਗੇ? ਮੈਂ ਬਾਹਰੋਂ ਰਹਿ ਕੇ, ਮੈਂ ਇੱਕ ਸਮਾਜ ਸੇਵੀ, ਇੱਕ ਅੰਦੋਲਨਕਾਰੀ ਬਣ ਕੇ ਹੀ ਰਹੂੰਗੀ, ਕਿਉਂਕਿ ਮੇਰਾ ਰਾਜਨੀਤੀ ਦੇ ਵਿੱਚ ਜਾਣ ਦਾ ਕੋਈ ਵੀ ਬਿਲਕੁਲ ਵਿਚਾਰ ਨਹੀਂ ਹੈਗਾ। ਕਿਉਂਕਿ ਮੈਨੂੰ ਐਂ ਲੱਗਦਾ ਕਿ ਅਸੀਂ ਇੰਨੀ ਹਿੰਮਤ ਰੱਖੀਏ ਕਿ ਅਸੀਂ ਬਾਹਰੋਂ ਰਹਿ ਕੇ ਕੰਮ ਕਰਵਾ ਸਕੀਏ। ਹਾਂ, ਪਰ ਮੈਂ ਕਹਿੰਦੀ ਹਾਂ ਕਿ ਨੌਜਵਾਨਾਂ ਨੂੰ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ। ਰਾਜਨੀਤੀ ਦੇ ਵਿੱਚ ਜੇ ਅਗਰ ਅਸੀਂ ਵੜਾਂਗੇ ਤਾਂ ਹੀ ਰਾਜਨੀਤੀ ਦੀ ਜਿਹੜੀ ਗੰਦਗੀ ਆ ਉਹ ਸਾਫ਼ ਹੋਊਗੀ, ਨਹੀਂ ਤਾਂ ਉਹੀ ਪੁਰਾਣੇ ਜਿੱਤੀ ਜਾਣਗੇ। ਪਹਿਲਾਂ ਕੰਮ ਨਹੀਂ ਕੀਤੇ, ਕੰਮ ਫੇਰ ਨਹੀਂ ਕਰਨੇ, ਕਿਉਂਕਿ ਇੱਕ 80 ਸਾਲ ਦੇ ਬੰਦੇ ਦੀ ਵਿਚਾਰਧਾਰਾ ਤੇ ਇੱਕ 40 ਸਾਲ ਦੇ ਬੱਚਿਆਂ ਦੀ ਵਿਚਾਰਧਾਰਾ ਉਹ ਕਦੇ ਮੈਚ ਨਹੀਂ ਕਰ ਸਕਦੀ, ਕਿਉਂਕਿ ਨੌਜਵਾਨੀ ਹੀ ਸਾਡੇ ਪੰਜਾਬ ਨੂੰ, ਹਰਿਆਣੇ ਨੂੰ ਅੱਗੇ ਲਿਜਾ ਸਕਦੀ ਆ। ਸਿਆਸਤ ਦੇ ਵਿੱਚ ਨੌਜਵਾਨਾਂ ਨੂੰ ਜ਼ਰੂਰ ਆਉਣਾ ਚਾਹੀਦਾ, ਸੰਸਦ ਦੇ ਵਿੱਚ ਸਾਡੇ ਨੌਜਵਾਨਾਂ ਨੂੰ, ਕਿਸਾਨਾਂ ਨੂੰ ਜ਼ਰੂਰ ਬੈਠਣਾ ਚਾਹੀਦਾ, ਤਾਂ ਜੋ ਜਿਹੜੀ ਇਸ ਵਾਰੀ ਇਦਾਂ ਦੀ ਘਟਨਾ ਹੋਈ ਹੈ ਕਾਲੇ ਕਾਨੂੰਨਾਂ ਦੀ, ਅਗਰ ਸਾਡੇ ਕਿਸਾਨਾਂ ਦੇ ਬੱਚੇ ਉੱਥੇ ਬੈਠੇ ਹੋਣ, ਕਿਸਾਨ ਬੈਠੇ ਹੋਣ, ਕਿਸਾਨ ਪਾਰਟੀਆਂ ਬੈਠੀਆਂ ਹੋਣ, ਤਾਂ ਇਦਾਂ ਦਾ ਅੱਗੇ ਤੋਂ ਕੋਈ ਵੀ ਜਿਹੜਾ ਰਾਜਾ ਉਹ ਇਦਾਂ ਦਾ ਕੰਮ ਨਾ ਕਰੇ। ਉਹਨੂੰ ਡਰ ਰਵੇ ਕਿ ਅੱਜ ਕਿਸਾਨ ਵਿੱਚ ਬੈਠੇ ਨੇ, ਅਸੀਂ ਇਦਾਂ ਦਾ, ਔਰ ਉਹਨਾਂ ਨਾਲ ਸਲਾਹਾਂ ਹੋਣ ਕੋਈ ਵੀ ਇਦਾਂ ਦੇ ਕਾਨੂੰਨ ਬਣਨ ਤੋਂ ਪਹਿਲਾਂ। ਤਾਂ ਤੁਸੀਂ ਸਾਡੇ ਨਾਲ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਵੀ ਤੁਹਾਡਾ, ਬਹੁਤ ਬਹੁਤ ਧੰਨਵਾਦ। ਸਨ ਸਾਡੇ ਨਾਲ ਰਾਜ ਕੌਰ ਗਿੱਲ, ਇੱਕ ਔਰਤ ਦੇ ਤੌਰ ਤੇ ਵਿਚਰਨਾ ਜਦੋਂ ਇਸ ਸਮਾਜ ਦੇ ਵਿੱਚ, ਹਾਲਾਂਕਿ ਕੋਈ ਵੀ ਘੱਟ ਨਹੀਂ ਹੁੰਦਾ, ਜਿਸ ਦੇ ਵਿੱਚ ਜੋਸ਼ ਜਨੂਨ ਹੋਵੇ ਬਹੁਤ ਕੁਝ ਕਰ ਸਕਦਾ। ਤਾਂ ਉਹਨਾਂ ਦੇ ਉੱਤੇ ਪਰਚੇ ਵੀ ਹੋਏ, ਬਹੁਤ ਸਾਰੀਆਂ ਗੱਲਾਂ ਹੋਈਆਂ। ਅਸੀਂ ਇਸੇ ਚੌਂਕ ਦੇ ਵਿੱਚ ਖੜ ਕੇ ਉਹਨਾਂ ਨਾਲ ਗੱਲ ਤਾਂ ਕੀਤੀ ਹੈ। ਇਹਨਾਂ ਚੌਂਕਾਂ ਵਿੱਚ ਲਗਾਤਾਰ 1.5 ਸਾਲ ਹੋ ਗਿਆ ਪ੍ਰਦਰਸ਼ਨ ਹੋ ਰਹੇ ਨੇ, ਔਰ ਆਖਿਰਕਾਰ ਉਹ ਦਿਨ ਨੇੜੇ ਆਇਆ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਦਿੱਤੇ ਬਿਆਨਾਂ ਦੇ ਉਲਟ ਹੀ ਕਿਸਾਨਾਂ ਦੀ ਗੱਲ ਮੰਨਣੀ ਪਈ, ਔਰ ਇਹ ਕਿਹਾ ਕਿ ਅਸੀਂ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਤਿੰਨੇ ਕਾਨੂੰਨ ਰੱਦ ਕਰਾਂਗੇ। ਸਾਥੀ ਕੈਮਰਾਮੈਨ ਸਚਿਨ ਦੇ ਨਾਲ ਸੰਦੀਪ ਲਾਦੂਕਾ, ਦਾ ਸਮਰ ਨਿਊਜ਼, ਮੋਹਾਲੀ।